ਲੇਖਕ ਗੁਰਦਿਆਲ ਸਿੰਘ ਜੀ ਦਾ ਲਿਖਿਆ ਨਾਵਲ ਆਨ, ਭਾਗ ਚੌਥਾ, ਅੰਕ ਚੌਥਾ। ਉਸ ਰਾਤ ਜਦ ਪਿੰਡ ਦੇ ਲੋਕ ਪਿਛਲੀ ਰਾਤ ਵਾਂਗ ਹੀ ਬੇਚੈਨੀ ਵਿੱਚ ਅੱਧ ਸੁੱਤੇ ਘਰੋੜੇ ਜਾਂ ਖੇਸ ਦਰੀਆਂ ਵਿਛਾ ਕੇ ਮੰਝਾਂ 'ਤੇ ਉਸਲ-ਵੱਟੇ ਲੈ ਰਹੇ ਸਨ, ਉਦੋਂ ਅੱਧੀ ਰਾਤ ਨੂੰ ਕੁਝ ਘੋੜ ਸਵਾਰਾਂ ਨੇ ਸੰਤਾਂ ਦੇ ਡੇਰੇ ਨੂੰ ਘੇਰਾ ਪਾਇਆ ਹੋਇਆ ਸੀ। ਆਸਮਾਨ ਉੱਤੇ ਚੜ੍ਹੀ ਗਹਿਰ-ਕਾਰ ਘੋੜਸਵਾਰ ਤੇ ਘੋੜੇ ਸੁਪਨੇ ਵਿੱਚ ਫਿਰਦੇ ਭੂਤ ਪ੍ਰੇਤਾਂ ਵਾਂਗ ਹੀ ਦਿਸ ਰਹੇ ਸਨ, ਪਰ ਅਜੇ ਤੱਕ ਪਿੰਡ ਦੇ ਬਾਹਰ-ਬਾਹਰ ਵਾਲੇ ਘਰਾਂ ਨੂੰ ਵੀ ਉਹਨਾਂ ਦੇ ਆਉਣ ਦਾ ਪਤਾ ਨਹੀਂ ਸੀ ਲੱਗਿਆ। ਡੇਰੇ ਵਿੱਚ ਵੀ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਘੋੜਸਵਾਰ ਕਦੋਂ ਕਿੱਧਰੋਂ ਆਏ ਸੀ। ਡੇਰੇ ਦੇ ਅੰਦਰ ਸੰਤ ਤਾਂ ਆਸਣ ਲਾ ਕੇ ਆਪਣੀ ਕੁਟੀਆ ਦੇ ਥੜੇ 'ਤੇ ਹੀ ਸੌਂ ਗਏ ਸੀ। ਥੜੇ ਤੋਂ ਹੇਠ ਪਲੰਘਾਂ ਵਰਗੇ ਮੰਝਾਂ ਉੱਤੇ ਉਹਨਾਂ ਦੇ ਦੋਵੇਂ ਚੇਲੇ ਲੇਟੇ ਹੋਏ ਸੀ, ਪਰ ਉਹਨਾਂ ਦੀ ਨੀਂਦ ਬੜੀ ਪੇਤਲੀ ਸੀ। ਡੇਰੇ ਵਿੱਚ ਕਿਸੇ ਸੁੱਕੀ ਡਾਹਣੀ ਦੇ ਡਿੱਗਣ ਨਾਲ ਵੀ ਉਹ ਉੱਠ ਕੇ ਵਿੜਕਾਂ ਲੈਣ ਲੱਗ ਪੈਂਦੇ। ਜਦੋਂ ਡੇਰੇ ਦੇ ਬਾਹਰ ਘੋੜੇ ਤੋਂ ਉਤਰ ਕੇ ਇੱਕ ਕੱਦਾਵਰ ਬੰਦਾ ਖਿੜਕ ਦੇ ਨੇੜੇ ਆ ਰਿਹਾ ਸੀ ਤਾਂ ਸਾਧਾਨੰਦ ਬੇਰੀ ਦਾ ਬਾਂਹ ਜਿੰਨਾ ਮੋਟਾ ਤੇ 3.5 ਹੱਥ ਲੰਬਾ ਜੰਤਰੂ ਚੁੱਕ ਕੇ ਇੰਨੀ ਫੁਰਤੀ ਨਾਲ ਖਿੜਕ ਕੋਲ ਆਇਆ ਕਿ ਘੋੜਸਵਾਰ ਦੇ ਤੇ ਘੋੜੇ ਤ੍ਰਹਿ ਗਏ। ਸੰਤਾਂ ਵਾਂਗ ਹੀ ਲੰਬਾ, ਕਾਲੇ ਚੋਲੇ ਕਰਕੇ ਉਸ ਦਾ ਕੱਦ ਕਾਠ ਸੰਤਾਂ ਵਰਗਾ ਹੀ ਲੱਗਦਾ। ਖਿੜਕ ਦੇ ਨਾਲ ਖੜੀ ਛੋਟੀ ਟਾਹਲੀ ਦੇ ਬਰਾਬਰ। ਕੌਣ ਪੁਰਸ਼ ਹੈ ਬਾਈ? ਪਹਿਲਾਂ ਬੋਲ ਕੇ ਆਪਣਾ ਨਾਂ ਥੋ ਬਤਾਓ, ਫਿਰ ਖਿੜਕ ਕੋ ਹੱਥ ਲਾਣਾ। ਸਾਧਾਨੰਦ ਨੇ ਜਦੋਂ ਸਖਤ ਆਵਾਜ਼ 'ਚ ਘੋੜੇ ਵਾਲੇ ਦੇ ਨੇੜੇ ਆਉਂਦਿਆਂ ਕਿਹਾ ਤਾਂ ਉਹਦੀ ਆਵਾਜ਼ ਮਿੱਠਾ ਦਾਸ ਨੂੰ ਵੀ ਸੁਣ ਗਈ ਸੀ ਤੇ ਉਹ ਵੀ ਆਪਣਾ ਖੂੰਡਾ ਚੁੱਕ ਕੇ ਬਰਾਬਰ ਆ ਖੜੋਤਾ। ਖਿੜਕ ਖੋਲ੍ਹਦਾ ਪੁਲਸੀਆ ਜਿਹੜਾ ਤਾਂ ਝਿਜਕ ਗਿਆ। ਇੱਕ ਦੂਜੇ ਦੇ ਬਰਾਬਰ ਖਲੋਤੇ ਉਹ ਦਿਉਂ ਵਰਗੇ ਲੱਗੇ। ਬਿੰਦ ਦਾ ਬਿੰਦ ਜਿਵੇਂ ਆਲਾ ਦੁਆਲਾ ਵੀ ਭੈਭੀਤ ਹੋ ਗਿਆ। ਹਵਾ ਵੀ ਬੰਦ ਸੀ। ਖਿੜਕ ਤੋਂ ਪਾਰ ਬੰਦੇ ਦੋ ਸਨ। ਇੱਕ ਨੇ 2 ਘੋੜਿਆਂ ਦੀਆਂ ਲਗਾਮਾਂ ਫੜੀਆਂ ਹੋਈਆਂ ਸੀ ਤੇ ਦੂਜਾ ਖਿੜਕ ਖੋਲ੍ਹਣ ਲਈ ਅੱਗੇ ਆ ਗਿਆ ਸੀ। ਸਾਧਾਨੰਦ ਅਤੇ ਮਿੱਠਾ ਦਾਸ ਉਹਨਾਂ ਦੋਹਾਂ ਨਾਲੋਂ ਗਿੱਠ-ਗਿੱਠ ਉੱਚੇ ਲੱਗਦੇ ਸੀ। ਉਹਨਾਂ ਦੇ ਤਪਲਿਆਂ ਵਰਗੇ ਕੋਨੇ ਸਿਰ ਅਤੇ ਡੂਢ ਹੱਥ ਚੌੜੇ ਨਰੋਏ ਮਿਓਰ ਦੇਖ ਕੇ ਵੀ ਖਿੜਕ ਕੋਲ ਖੜੋਤਾ ਪੁਲਸੀਆ ਅਗਾਂਹ ਪੈਰ ਪੁੱਟਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਉਹਨਾਂ ਦੋਹਾਂ ਨੇ ਵੀ ਹਨੇਰੇ ਵਿੱਚ ਹੀ ਜਾਂਚ ਲਿਆ ਸੀ ਕਿ ਉਹ ਪੁਲਿਸ ਦੇ ਬੰਦੇ ਸਨ, ਜਿਹੜੇ ਉਹਨਾਂ ਲਈ ਹੈਰਾਨੀ ਦਾ ਕਾਰਨ ਨਹੀਂ ਸਨ। ਅਕਸਰ ਹੀ ਉਹ ਸੰਤਾਂ ਕੋਲ ਆਉਂਦੇ ਰਹਿੰਦੇ ਸੀ। ਅਸੀਂ ਤਾਂ ਭਾਈ ਸੰਤਾਂ ਕੇ ਦਰਸ਼ਨ ਕਰਨ ਆਏ ਹਾਂ, ਘਰ ਕੇ ਹੀ ਬੰਦੇ ਹਾਂ। ਖਿੜਕ ਕੋਲ ਖੜੋਤੇ ਪੁਲਸੀਆਂ ਨੇ ਧੀਮੀ ਸਥਿਰ ਆਵਾਜ਼ 'ਚ ਇੰਝ ਕਿਹਾ ਜਿਵੇਂ ਆਵਾਜ਼ ਸੰਤਾਂ ਤੱਕ ਪਹੁੰਚਣ ਦਾ ਡਰ ਹੋਵੇ, ਜੋ ਉਹ ਪਹੁੰਚਣ ਨਹੀਂ ਸੀ ਦੇਣਾ ਚਾਹੁੰਦੇ। ਆਹ ਵੇਲਾ ਦਰਸ਼ਨ ਕਰਨ ਦਾ ਭਲਿਓ ਲੋਕੋ, ਸਾਧਾਨੰਦ ਨੇ ਪਹਿਲਾਂ ਵਾਂਗ ਹੀ ਸਖਤ ਆਵਾਜ਼ 'ਚ ਕਿਹਾ। ਤੁਸੀਂ ਇੱਕ ਸਿੱਧੀ ਗੱਲ ਦੱਸੋ, ਨਹੀਂ ਖਿੜਕੋਂ ਬਾਹਰ ਰਹੋ, ਇਹ ਸੰਤਾਂ ਦਾ ਹੁਕਮ ਹੈ। संता के हुक्म का सामने पता है, पर असी बंदे घर के हैं तो अभी उनका न्याज हासिल करना है, ये जरूरी है। ठीक है, पर जद ताईं आपदा नाम गाम पता टिकाणा ते मिलन दा प्रोविजन नहीं दसदे, उदों ताईं खिड़क नहीं खोलूंगी। ये साडी बेनती है, नहीं आपदा पढ़िया विचारिओ। ਜਦੋਂ ਸਾਧਾਨੰਦ ਤੇ ਜੰਤਰੂ ਦਾ ਸਿਰ ਕਰਕੇ ਮੋਢੇ ਉੱਤੇ ਧਰਿਆ ਤਾਂ ਦੋਵੇਂ ਪੁਲਸੀਏ ਦੇ ਪੈਰ ਥਾਂਏ ਗੱਡੇ ਰਹਿ ਗਏ। ਇਹ ਬੇਨਤੀ ਹੈ ਜਾਂ ਹੁਕਮ? ਖਿੜਕ ਕੋਲ ਖੜੋਤੇ ਤੁਰਲੇ ਤੇ ਕੁੱਲੇ ਵਾਲੀ ਪੱਗ ਵਾਲੇ ਪੁਲਸੀਏ ਨੇ ਕਿਹਾ ਤਾਂ ਉਹਨਾਂ ਦੋਹਾਂ ਨੇ ਦੇਖਿਆ ਕਿ ਉਹਨੇ ਆਪਣੇ ਗਾਤਰੇ ਪਾਏ ਰਿਵਾਲਵਰ ਉੱਤੇ ਹੱਥ ਧਰ ਲਿਆ ਸੀ। ਇਹਨੂੰ ਹੁਕਮ ਹੀ ਸਮਝੋ ਮਹਾਰਾਜ ਜੀ, ਤੇ ਮਿਹਰਬਾਨੀ ਕਰਕੇ ਆਪ ਦੇ ਹਥਿਆਰ ਨੂੰ ਸੰਭਾਲ ਕੇ ਰੱਖਿਓ। ਜਦੋਂ ਤਾਈਂ ਆਪ ਦਾ ਪ੍ਰੋਜਨ ਤੇ ਪ੍ਰੀਚੇ ਨਹੀਂ ਦਿੰਦੇ ਅਗਲਾ ਪੈਰ ਨਾ ਪੱਟਿਓ, ਬਸ ਇੰਨੀ ਬੇਨਤੀ ਹੈ। ਜੇ ਪੈਰ ਪੱਟ ਲਿਆ ਤਾਂ ਫਿਰ ਜੋ ਹੋਊ ਪਤਾ ਲੱਗ ਜੂ। ਅਸੀਂ ਤਾਂ ਸੰਤਾਂ ਦਾ ਹੁਕਮ ਬਜਾਉਂਦੇ ਹਾਂ। ਇੱਕ ਵਾਰ ਫਿਰ ਚਾਰੇ ਪਾਸੇ ਸੁੰਨ ਪਸਰ ਗਈ। ਸਾਧਾਨੰਦ ਤੋਂ ਥੋੜ੍ਹਾ ਪਿੱਛੇ ਹਟ ਕੇ ਖੜੋਤੇ ਮਿੱਠਾ ਦਾਸ ਦੇ ਅੰਦਰੋਂ ਲੂਰੀਆਂ ਉੱਠਣ ਲੱਗ ਪਈਆਂ। ਜਦੋਂ ਉਹਨੂੰ ਡੇਰੇ ਦੇ ਪਿਛਲੇ ਪਾਸੇ 1-2 ਹੋਰ ਘੋੜਿਆਂ ਵਾਲਿਆਂ ਦਾ ਝੌਲਾ ਪਿਆ ਤਾਂ ਕਾਲ ਵਿੱਚ ਅੱਚ ਵੀ ਜਿਹੀ ਕਰਦਿਆਂ ਉਹਨੇ ਸਾਧਾਨੰਦ ਦੇ ਕੰਨ ਕੋਲ ਮੂੰਹ ਕਰਕੇ ਕੁਝ ਕਿਹਾ ਤੇ ਡੇਰੇ ਦੇ ਪਿਛਲੇ ਪਾਸੇ ਖੂਹੀ ਵੱਲ ਭੱਜ ਗਿਆ। ਤੁਸੀਂ ਤਾਂ ਮਹਾਰਾਜ ਸੰਤਾਂ ਸੇ ਵੀ
ਬਹੁਤੇ ਸਖਤ ਲੱਗਦੇ ਹੈ। ਸਾਹਮਣੇ ਖੜੇ ਪੁਲਸੀਆਂ ਨੇ ਰਿਵਾਲਵਰ ਕੱਢ ਕੇ ਹੱਥ 'ਚ ਫੜਦਿਆਂ ਕਿਹਾ ਤਾਂ ਸਾਧਾਨੰਦ ਨੇ ਆਪਣਾ ਜਾਂਤਰੂ ਸਿਰੋਂ ਉਤਾਂਹ ਚੁੱਕ ਕੇ ਦੋਹੇ ਹੱਥਾਂ 'ਚ ਘੁੱਟ ਲਿਆ। ਖਬਰਦਾਰ ਜੇ ਕੋਈ ਹੋਰ ਮੰਦਾ ਵਚਨ ਮੂੰਹੋਂ ਕੱਢਿਆ ਤਾਂ ਆਪ ਨਵੇਂ ਆਏ लगते हो, डेरे की मर्यादा का ज्ञान नहीं, समझे मेरी बात। समझ तो महाराज आ ही गई पर ਤੇ ਪੁਲਸੀਏ ਜਦੋਂ ਸੱਜੇ ਹੱਥ 'ਚ ਰਿਵਾਲਵਰ ਫੜੀ ਖੱਬੇ ਹੱਥ ਨਾਲ ਖਿੱਚ ਕੇ ਖਿੜਕ ਖੋਲ੍ਹਣ ਲੱਗਿਆ ਤਾਂ ਸਾਧਾਨੰਦ ਨੇ ਬਿਨਾਂ ਝਿਜਕਿਆਂ ਜਾਂਤਰੂ ਉਹਦੇ ਮੂਹਰੇ ਵੱਲ ਵਗਾ ਦਿੱਤਾ। ਪਰ ਪੁਲਸੀਆ ਨਿਓਲੇ ਵਾਂਗ ਦਾ ਪੇਚ ਗਿਆ, ਬਚਾ ਗਿਆ ਤੇ ਜਾਂਤਰੂ ਖਿੜਕ ਦੇ ਉਤਲੇ ਵਾਲੇ ਉੱਤੇ ਇੰਨੇ ਜ਼ੋਰ ਦੀ ਵੱਜਿਆ ਕਿ ਟਿਕੀ ਰਾਤ 'ਚ ਉਹਦਾ ਖੜਕਾ ਸੱਥ ਵਾਲੇ ਦਰਵਾਜ਼ੇ ਤੱਕ ਵੀ ਸੁਣਿਆ। ਉਹ ਤੁਹਾਨੂੰ ਕੀ ਹੋ ਗਿਆ ਕਮਲਿਓ ਲਾਣਿਓ, ਆਹ ਕੌਣ ਖੜਾ ਹੈ ਇਸ ਵੇਲੇ ਖਿੜਕ ਕੋਲੇ? ਸੰਤ ਜਾਗ ਪਏ ਸੀ। ਉਹਨਾਂ ਨੂੰ ਮਿੱਠਾ ਦਾਸ ਨੇ ਡੇਰੇ ਦੇ ਪਿਛਲੇ ਪਾਸਿਓਂ ਭੱਜ ਕੇ ਆਉਂਦਿਆਂ ਸਾਰੀ ਗੱਲ ਦੱਸ ਦਿੱਤੀ ਸੀ। ਉਹਨਾਂ ਨੇ ਦੋਹਾਂ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਪੁਲਸੀਆਂ ਨੂੰ ਅੰਦਰ ਆ ਜਾਣ ਦੇਣ। ਮਿੱਠਾ ਦਾਸ ਨੂੰ ਉਹਨਾਂ ਨੇ ਲਾਲਟਨ ਜਗਾਉਣ ਲਈ ਵੀ ਕਹਿ ਦਿੱਤਾ। ਉਹਨੇ ਫੁਰਤੀ ਨਾਲ ਕੁਟੀਆ ਅੰਦਰ ਜਾ ਕੇ ਲਾਲਟਨ ਜਗਾ ਦਿੱਤੀ, ਪਰ ਕੁਟੀਆ ਦੀ ਸਾਹਮਣੀ ਕੰਧ ਉੱਤੇ ਅੰਦਰਲੇ ਆਸਣ ਕੋਲ ਟੰਗੀ ਹੋਣ ਕਰਕੇ ਬਾਹਰ ਚੌਂਤਰੇ ਉੱਤੇ ਉਸਦੀ ਮੱਧਮ ਜਿਹੀ ਲੋਹੀ ਆਉਂਦੀ ਸੀ, ਜਿਸ ਨਾਲ ਬੰਦੇ ਨੂੰ ਦੇਖਿਆ ਜਾ ਸਕਦਾ ਸੀ, ਚੰਗੀ ਤਰ੍ਹਾਂ ਪਹਿਚਾਨਿਆ ਨਹੀਂ ਜਾ ਸਕਦਾ ਸੀ। ਸਾਰੀ ਗੱਲ ਸਮਝ ਕੇ ਸੰਤ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਉੱਠ ਕੇ ਬਹਿ ਗਏ ਤੇ ਕਾਲਾ ਸਾਫਾ ਭਾਰੇ ਕੇਸਾਂ ਉੱਤੇ ਚੰਗੀ ਤਰ੍ਹਾਂ ਕੱਸ ਕੇ ਬੰਨ੍ਹਣ ਲੱਗ ਪਏ। ਫਿਰ ਗਰਮੀ ਵਧੇਰੇ ਹੋਣ ਕਰਕੇ ਸਰਾਣੇ ਪਈ ਰੰਗੀਲ ਡੰਡੀ ਵਾਲੀ ਪੱਖੀ ਚੁੱਕ ਕੇ ਝੱਲ ਮਾਰਦਿਆਂ ਪੁਲਿਸ ਵਾਲੇ ਨੂੰ ਅੰਦਰ ਆਉਂਦਿਆਂ ਦੇਖਦੇ ਰਹੇ। ਜਦੋਂ ਤੁਰਲੇ ਵਾਲੀ ਪੱਗ ਤੇ ਕਸਮੈਲੀ ਦਿਸਦੀ ਵਰਦੀ ਵਾਲੇ ਪੁਲਸੀ ਉਹਨੂੰ ਮੁਜਰਮਾਂ ਵਾਂਗ ਮੂਹਰੇ ਲਾਈ ਸਾਧਾਨੰਦ ਨੇੜੇ ਆਇਆ ਤਾਂ ਸੰਤ ਮੱਧਮ ਰੋਸ਼ਨੀ ਵਿੱਚ ਹੀ ਪਛਾਣ ਗਏ। ਉਦੋਂ ਹੀ ਮੁਸਕਰਾਉਂਦਿਆਂ ਬੋਲਿਆ, ਖਾਨ ਸਾਹਿਬ ਤੁਸੀਂ ਐਡੇ ਕੁ ਵੇਲੇ ਕਿੱਧਰੋਂ? ਫਿਰ ਉਹ ਹੱਸ ਕੇ ਪੰਥੀ ਮਾਰਦਿਆਂ ਚੋਲਾ ਠੀਕ ਕਰਨ ਲੱਗ ਪਈ। ਪੁਲਿਸ ਅਫਸਰ ਰਤਾ ਹੈਰਾਨ ਹੋਇਆ ਕਿ ਇੰਨੇ ਮੱਧਮ ਚਾਨਣ ਤੋਂ ਇੰਨੇ ਚਿਰ ਪਿੱਛੋਂ ਵੀ ਸੰਤਾਂ ਨੇ ਉਸ ਨੂੰ ਕਿਵੇਂ ਪਹਿਚਾਣ ਲਿਆ ਸੀ। ਸਲਾਮ ਅਰਜ਼ ਹੈ ਸੰਤ ਜੀ, ਖਾਨ ਸਾਹਿਬ ਨੇ ਸ਼ਾਇਦ ਵਿਅੰਗ ਤੇ ਹੈਰਾਨੀ ਨਾਲ ਕਿਹਾ। ਆਏ ਤੋਂ ਜੀ ਆਪ ਦਾ ਨਿਆਜ਼ ਹਾਸਲ ਕਰਨ ਥੇ, ਪਰ ਇਹ ਆਪਦੇ ਚੇਲਿਆਂ ਨੇ ਇੱਥੇ ਕਰਫਿਊ ਆਰਡਰ ਲਗਾ ਰੱਖਿਆ। ਇਹ ਆਪਦੇ ਸ਼ਾਗਿਰਦ ਤੋਂ ਮਹਾਰਾਜ ਕੁਛ ਜ਼ਿਆਦਾ ਹੀ ਖੱਟਰ ਲੱਗਦੇ। ਇਹਨਾਂ ਤੋਂ ਮੇਰਾ ਸਿਰ ਹੀ ਪਾੜ ਦੇਣਾ ਥਾ ਜੇ ਮੈਂ ਥੋੜ੍ਹਾ ਵੀ ਸੁਸਤ ਹੋ ਗਿਆ ਹੁੰਦਾ। ਖਾਨ ਸਾਹਿਬ ਜਦੋਂ ਸਾਧਾਨੰਦ ਵੱਲ ਟੇਢਾ ਜਿਹਾ ਝਾਕ ਕੇ ਉਹ ਅਜੇ ਵੀ ਬੁੱਤ ਵਾਂਗ ਮੋਢੇ ਉੱਤੇ ਜਾਂਤਰੂ ਧਰੀ ਸਿੱਧਾ ਮਗਰ ਖਲੋਤਾ ਸੀ। ਫਿਰ ਬਿਨਾਂ ਇਜਾਜ਼ਤ ਹੀ ਖਾਨ ਸਾਹਿਬ ਥੜੇ ਤੋਂ ਹੇਠਾਂ ਠਿੱਡੇ। ਚੇਲਿਆਂ ਨੇ ਇੱਕ ਮੰਜੇ ਉੱਤੇ ਬਹਿ ਗਏ। ਸੰਤਾਂ ਨੇ ਉਹਨਾਂ ਨੂੰ ਦੂਜੀ ਪੱਖੀ ਫੜਾਉਂਦਿਆਂ ਪਹਿਲਾਂ ਵੈਲਕਮ ਸਲਾਮ ਕਿਹਾ ਤੇ ਫਿਰ ਹੱਸ ਕੇ ਬੋਲੇ, ਆਖਿਰ ਚੇਲੇ ਕਿਸ ਦੇ ਆ ਖਾਨ ਸਾਹਿਬ? ਇਹ ਵੀ ਆਪ ਦੀ ਬਾਤ ਦੁਰਸਤ ਹੈ ਮਹਾਰਾਜ, ਕਿਆ ਕਰੇ ਕੀ ਗੁਰੂ ਜਿੰਨਾ ਕੇ ਨਚਨੇ ਚੇਲੇ ਜਾਏ ਛੜੱਪ। ਖਾਨ ਸਾਹਿਬ ਤੇ ਸੰਤ ਹੱਸ ਪਏ, ਪਰ ਉਸ ਵੇਲੇ ਸੰਤਾਂ ਨੇ ਸਾਧਾਨੰਦ ਨੂੰ ਕਿਹਾ, ਚਲੋ ਭਾਈ ਲੰਗਰ ਵਾਲੇ ਪਾਸੇ ਚਲੋ, ਲੋੜ ਹੋਈ ਮੈਂ ਬਾਜ਼ ਮਾਰ ਲੂੰ, ਪਿਛਲੇ ਪਾਸੇ ਵੀ ਧਿਆਨ ਰੱਖਿਓ। ਸਾਧਾਨੰਦ ਸਤ ਵਚਨ ਜੀ ਕਹਿ ਕੇ ਸਿਰ ਝੁਕਾਉਂਦਾ ਜਦੋਂ ਖੂਹੀ ਵਾਲੇ ਪਾਸੇ ਜਾ ਰਿਹਾ ਸੀ, ਜਿੱਧਰ ਪਹਿਲਾਂ ਹੀ ਮਿੱਠਾ ਦਾਸ ਲਾਲਟਨ ਜਗਾਉਣ ਮਗਰੋਂ ਚਲਾ ਗਿਆ ਸੀ, ਤਾਂ ਸੰਤ ਧੀਮੀ ਆਵਾਜ਼ 'ਚ ਬੋਲੇ, ਤੁਸੀਂ ਇੱਧਰ ਕਦੋਂ ਆ ਗਏ ਖਾਨ ਸਾਹਿਬ? ਪਹਿਲਾਂ ਤਾਂ ਕਦੇ ਕੋਈ ਖਬਰ ਨਹੀਂ ਸੁਣੀ। ਸੁਣੋ ਕਿ ਮਹਾਰਾਜ, ਮੇਰੀ ਤਾਂ ਤਬਦੀਲੀ ਹੀ ਹਫ਼ਤਾ ਕੁ ਪਹਿਲਾਂ ਹੋਈ ਹੈ, ਔਰ ਹੋਈ ਵੀ ਹੈ ਆਪ ਜੀ ਕੇ ਪੁਰਾਣੇ ਤਾਲੁਕਾਤ ਕਰਕੇ। ਰਤਾ ਮੁਸਕਰਾ ਕੇ ਖਾਨ ਸਾਹਿਬ ਪੱਖੀ ਝੱਲਣ ਲੱਗ ਪਏ। ਆਪਣੇ ਤਾਲੁਕਾਤ ਕਰਕੇ? ਹਾਂਜੀ, IG ਸਾਹਿਬ ਨੇ ਆਪਣੇ ਤਾਲੁਕਾਤ ਦੀ ਰਿਪੋਰਟ ਮਿਲ ਗਈ ਤੇ ਉਹਨਾਂ ਨੇ ਬਜਾਤੇ ਖੁਦ ਬੁਲਾ ਕੇ ਮੈਨੂੰ ਕਿਹਾ ਕਿ ਸੰਤों की निगरानी वास्ते तुम्हारी ड्यूटी लगाई जाती है। मैं कहा जैसा जनाब का हुक्म, और मातहत करके भी क्या सकते हैं। IG ਸਾਹਿਬ ਤਾਂ ਰਿਆਸਤ ਦੇ ਮਾਲਕ ਹੋਏ, ਫਿਰ ਮੇਰੇ ਜੈਸੇ ਨਾਚੀਜ਼ ਕੀ ਕਿਆ ਬਾਤ ਹੈ ਬਸਾਤ ਕੀ ਉਹਨਾਂ ਦੀ ਹੁਕਮ ਅਦੂਲੀ ਕਰ ਸਕਾਂ। ਵਾਹ ਕਿਆ ਖੂਬ ਸੋਚਿਆ ਉਹਨਾਂ ਨੇ ਵੀ। ਆਪਣੀ ਪੁਰਾਣੀ ਲਿਹਾਜ਼ ਦਾ ਉਹਨਾਂ ਨੂੰ ਪਤਾ ਕਿਵੇਂ ਲੱਗ ਗਿਆ ਖਾਨ ਸਾਹਿਬ, ਤੇ ਹੁਣ ਨਿਗਰਾਨੀ ਦੀ ਕੀ ਲੋੜ ਆ ਗਈ ਅਚਾਨਕ। ਅਫਸਰਾਂ ਕੋਲ ਤਾਂ ਜੀ ਆਖਰ ਹਰ ਨਿੱਕੀ ਮੋਟੀ ਗੱਲ ਦੀ ਰਿਪੋਰਟ ਪਹੁੰਚਣੀ ਲਾਜ਼ਮੀ ਹੁੰਦੀ। ਫਿਰ ਜਦ ਆਪ ਉਧਰਲੇ ਇਲਾਕੇ 'ਚ ਹੁੰਦੇ ਥੇ, ਉਦੋਂ ਤੋਂ ਹੀ
आप नूं मालूम है कि मेरी ड्यूटी ਖੂਫੀਆ ਮਹਿਕਮੇ में ਹੁੰਦੀ थी। ਅਕਸਰ ਇਹ ਆਪ ਜੀ ਦੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸੀ। ਆਪ ਦੇ ਉੱਚੇ ਸੁੱਚੇ ਇਕਲਾਕ ਕਰਕੇ ਮੈਂ ਤਾਂ ਕਈ ਵਾਰ ਬਗੈਰ ਮਤਲਬ ਤੇ ਹੀ ਆਪ ਜੀ ਕਾ ਨਿਆਜ਼ ਹਾਸਲ ਕਰਨ ਤੇ ਪਾਕ ਪਵਿੱਤਰ ਖਿਆਲਾਤ ਸੁਣਨੇ ਆ ਜਾਇਆ ਕਰਦਾ ਥਾ। ਹੁਣ ਖਾਸ ਇਤਲਾਹ ਮਿਲੀ ਹੋਈ ਹੈ। IG ਸਾਹਿਬ ਨੇ ਇਸ ਲਈ ਇਤਲਾਹ ਮੁਜ਼ਬ ਤਬਦੀਲ ਕਰਕੇ ਆਪ ਦੇ ਹਜ਼ੂਰ में ਹਾਜ਼ਰ ਹੋਣ ਵਾਸਤੇ ਭੇਜ ਦਿਆ। ਆਪ ਨੂੰ ਯਾਦ ਹੋਏਗਾ, ਮੈਂ ਤਾਂ ਇੱਕ ਦਫਾ ਆਪ ਦਾ ਸਿਗਰ ਦਵਾਨ ਬਾਰੇ ਵੀ ਸੋਚਣ ਲੱਗ ਪਿਆ ਥਾ। ਬੜੀ ਚੰਗੀ ਤਰ੍ਹਾਂ ਯਾਦ ਹੈ। ਸੰਤ ਹੱਸ ਕੇ ਬੋਲੇ, ਐਸੀਆਂ ਗੱਲਾਂ ਕਦੇ ਭੁੱਲੀਆਂ ਨਹੀਂ ਜਾ ਸਕਦੀਆਂ। ਤੁਹਾਡਾ ਤਾਂ ਵੈਸ ਮੁਹਵਾਸਾ ਵੀ ਯਾਦ ਹੈ, ਜਦੋਂ ਇਸਲਾਮ ਤੇ ਹਿੰਦੂ ਧਰਮ ਬਾਰੇ ਆਪਣੇ ਖਿਆਲ ਜ਼ਾਹਰ ਕਰਦੇ ਹੁੰਦੇ ਸੀ ਤੁਸੀਂ। ਫਿਰ ਕੁਝ ਚਿਰ ਦੋਵੇਂ ਚੁੱਪ ਹੀ ਹੋ ਗਏ, ਜਿਵੇਂ ਸੁੱਝ ਹੀ ਨਾ ਰਿਹਾ ਹੋਵੇ ਕਿ ਕਿਹੜਾ ਕੀ ਗੱਲ ਕਰੇ। ਪਰ ਆਪਣੇ ਸੁਭਾਅ ਕਾਰਨ ਹੀ ਸੰਤ ਬਹੁਤਾ ਚਿਰ ਚੁੱਪ ਨਹੀਂ ਰਹਿ ਸਕੇ। ਕੁਝ ਧੀਮੀ ਗੁੱਝੀ ਆਵਾਜ਼ 'ਚ ਬੋਲੇ, ਅੱਜ ਸਿਰਫ ਡੇਰੇ ਦਾ ਮੁਆਇਨਾ ਹੀ ਕਰਨ ਆਏ ਹਾਂ ਕਿ ਕੋਈ ਖਾਸ ਇਤਲਾਹ ਕਰਕੇ ਤਕਲੀਫ ਕਰਨੀ ਪਈ। ਅੱਜ ਜੀ ਖਾਨ ਸਾਹਿਬ 4 ਸਪੇਰੇ ਆਪਣੇ ਮੈਂ ਤਿਹਾਤਾਂ ਨੂੰ ਰੁੰਡ ਮੁਰੁੰਡ ਤੇ ਨਿਰੇ ਟੱਕੇ ਟਾਹਣੀਆਂ ਰਹਿ ਗਏ ਰੁੱਖਾਂ ਤੇ ਮਰੋੜਿਆਂ ਦੀ ਵਾੜ ਦੇ ਪਿਛਲੇ ਪਾਸੇ ਘੋੜਿਆਂ ਉੱਤੇ ਚੜ੍ਹੇ ਤਿਆਰ ਬਰ ਦੇਖ ਕੇ ਸੂਖਮੀ ਨਾਲ ਬੋਲੇ, ਆਪ ਤਾਂ ਕੁਛ ਛੁਪਾ ਵੀ ਨਹੀਂ ਸਕਦੇ ਮਹਾਰਾਜ। बात दरअसल ये है कि सने ऊपर खुफिया महकमे की इतला मिली थी कि आप जी के पिंड पास और कुछ बाहर मसकूक बंदे आके ठहरते हैं। उन्हों की निगरानी खातर आपको तकलीफ देनी पई महाराज। आप जानते हो ऐसे मामलों के ऊपर इतला देनी साड़ी मजबूरी है, पर उस तो पहले छानबीन भी बहुत जरूरी होंगी है। बस इन्नी ही गल है कि होर भी कोई इतला है? नहीं जी, होर तो ऐसी कोई खास बात नहीं। आप तो कदे पहले भी कोई बात नहीं सी छुपाई ते ना ही हुण छुपा सकते हैं। आप तो अच्छी तरह जानते हो। ये किमें हो सकता कि तुसी डेरे की तलाशी लैके तसल्ली ना करो कि बावे ने ग्रनेड कित्थे दबे है ते रफलां पिस्तौल कित्थे रखे। निरी इन्नी गल पिछे तो सरकार नूं आप जैसे लायक अफसर नूं इन्नी तकलीफ देने की की लोड़ सी। ऐसी हालत विच जद कि कुदरत ने ऐसा कहर बरताया होया इस पिंड ते इस इलाके ते। नहीं नहीं महाराज, ऐसी इतला साढ़े पास अजे तक कोई नहीं हुंदी तां वो भी दस दिंदे। आप जी कोलों किस बात का पढ़दा था। आप तां मेरी सारी कारगुजारी तो वाकफ हो। खैर मैं तां जिन्ना को वाकिफ हाँ उस बारे थोनू चंगी तरह पता है। पर यह गल जरूर है भाई, थोनू इत्थे आया नूं अजे समा ही किन्ना होया। मेरे पुराने वास्तावे दियां इतलाहां तां तुसीं संभाल के रखियां ही होणगीਆਂ। ਉਹਨਾਂ करके भी आप नूं कोई ना कोई कार्रवाई तां करनी ही पऊ। आखिर सरकार ने थोड़ी ड्यूटी एवें तां नहीं लाई। की मैं गलत कह रहा? संत तां हस पे, पर खान साहब सिर्फ मुस्करा सके। चलो खैर, हुण एक तां आप ये दसो भी बाई इस वेले थोड़ी सेवा की करिए, दूसरी सही गल दसो कि कार्रवाई की करनी। सेवा तो इहो बहुत है कि आपके चेलिया ने अंदर आउण दिया। जान लगे पानी का गिलास जरूर पियेंगे और कोई तकलीफ ना करना। बाकी इतला जो फिलहाल चाहिए है मैं आपनू अर्ज कर दे दी हूँ। जो मैं कहूँ उसका एतवार कर लूँगी। संता ने रता हंस के कहा, अपने इतने पुराने ताल्लुक है, साने कदे आप जी की बेतवारी करी है जो हुण करांगे। मगलियां गल्लां सब मगर रह गईयां खान साहब। हुण तां अंदोलनां दा जमाना है। हुकूमत भी सीधी पुठी अंग्रेज़ां ने अपने हत्थ 'च लै छड्डी है। हुण वो गल्लां तां रहीआं ही नहीं। फिर ताल्लुक भी उहे जिहे ही किवें रह सकदे आ। हुण तां नवीआं गुड्डियां नवें पटोले। जां मैं कुछ गलत कहा? वो बात भी आप दी ठीक है महाराज, पर मैं तां पुराने ताल्लुक अजे भी उसे तरह कायम समझदा। अगे आप जी दी मर्जी सोचो। इस बारे मैं की कह सकदा? आप मालिक है। संत मुस्करा के खान साहब नूं चेहरे नूं ताड़न लग पई, पर मध्यम चानण च उहदे हाव भाव पूरी तरह नहीं जांच सके। ਇਹ ਤਾਂ ਸਭ ਪੁਲਿਸ ਵਾਲੀਆਂ ਗੱਲਾਂ ਇਸ ਖਾਨ ਸਾਹਿਬ। ਆਖਰ ਤੁਹਾਨੂੰ 15-20 ਸਾਲ ਤਾਂ ਇਸ ਮਹਿਕਮੇ 'ਚ ਹੋ ਹੀ ਗਏ ਹੋਣਗੇ। ਇੰਨੇ ਚਿਰ 'ਚ ਤਾਂ ਖੂਹ ਦੀ ਲਾ ਵੀ ਮਨ 'ਤੇ ਕਾਸਾ ਪਾ ਦਿੰਦੀ ਹੈ। ਤੁਸੀਂ ਫਿਰ ਕਿਵੇਂ ਉਹ
ਪਹਿਲਾਂ ਵਾਲੇ ਅਫਸਰ ਰਹਿ ਸਕਦੇ ਹੋ। ਪੇਸ਼ਾ ਬੰਦੇ ਨੂੰ ਇੱਟ ਦੀ ਤਰ੍ਹਾਂ ਸਾਂਚੇ 'ਚ ਹੀ ਢਾਲਦਾ ਨਹੀਂ, ਮਗਰੋਂ ਆਵੇ 'ਚ ਪਾ ਕੇ ਪਕਾ ਵੀ ਦਿੰਦਾ ਹੈ। ਖਾਨ ਸਾਹਿਬ ਬਸ ਫਰਕ ਇੰਨਾ ਹੈ ਕਿ ਕੁਛ ਇੱਟਾਂ ਪਿੱਲੀਆਂ ਰਹਿ ਜਾਂਦੀਆਂ ਅਤੇ ਕੁਛ ਖੰਗਰ ਬਣ ਜਾਂਦੀਆਂ। ਕਿਉਂ ਗਲਤ ਬਾਤ ਹੈ ਮੇਰੀ ਕਿ ਠੀਕ ਕਹਿ ਰਿਹਾ? ਸੰਤ ਫਿਰ ਵਿਅੰਗ ਨਾਲ ਮੁਸਕਰਾਏ। ਖਾਨ ਨੂੰ ਜਵਾਬ ਨਹੀਂ ਸੁੱਝਿਆ। ਸੁੱਤੇ ਸਿਪਾਹੀ ਸਿਰ ਝੁਕਾ ਗਏ। ਫਿਰ ਕੁਝ ਹੌਸਲਾ ਕਰਕੇ ਕਿਹਾ, ਚਲੋ ਆਪ ਜੀ ਕੀ ਬਾਤ ਹੈ, ਕਬੂਲ ਕਰ ਲੈਂਦੇ ਹਾਂ। ਹੁਣ ਜੋ ਇਤਲਾਹ ਹੈ ਉਹ ਦੱਸਣ ਦੀ ਤਕਲੀਫ ਕਰੋ। ਇਤਵਾਰ ਕਰੋਗੇ? ਤੁਹਾਡਾ ਪੇਸ਼ਾ ਇਤਵਾਰ ਕਰਨ ਦੇਊਗਾ ਮੇਰੇ ਤੇ? ਪੇਸ਼ੇ ਕਰਕੇ ਨਾ ਸਹੀ, ਆਪਣੇ ਤਾਲੁਕ ਕਰਕੇ ਤਾਂ ਯਕੀਨ ਕਰਨਾ ਹੀ ਪਵੇਗਾ ਮਹਾਰਾਜ। ਫਿਰ ਠੀਕ ਹੈ, ਮੰਨ ਲਿਆ, ਆਪਦੀ ਮਿਹਰਬਾਨੀ। ਹੁਣ ਇਤਲਾਹ ਸੁਣਾ ਦਿਓ। ਉਹ ਮੁੰਡੇ ਪਿਛਲੇ 2-2.5 ਮਹੀਨੇ ਤੋਂ ਮੇਰੇ ਕੋਲ ਨਹੀਂ ਆਏ। ਪਿੰਡ ਦੀ ਪੰਚਾਇਤ ਕਈ ਮਾਮਲਿਆਂ 'ਚ ਰਾਏ ਵੀ ਲੈਂਦੀ ਹੈ ਅਤੇ ਆਦੇਸ਼ ਵੀ ਮੰਨ ਲੈਂਦੀ ਹੈ। ਆਪਣੀ ਮਰਿਆਦਾ ਮੁਜਬ ਉਹਨਾਂ ਨੂੰ ਰਾਏ ਦੇਣਾ, ਉਹਨਾਂ ਦੀ ਮਦਦ ਕਰਨਾ, ਉਹਨਾਂ ਦਾ ਮਾਰਗਦਰਸ਼ਨ ਕਰਨਾ ਮੇਰਾ ਧਰਮ ਹੈ। ਨਗਰ ਦਾ ਅੰਨ ਪਾਣੀ ਖਾਣੇ ਤਾਂ ਧਰਮ ਵੀ ਨਿਭਾਉਣਾ ਹੋਇਆ। ਇਹ ਸਾਡੇ ਪੰਥ ਦੀ ਰੀਤ ਵੀ ਹੈ। ਜਦੋਂ ਤੱਕ ਇਸ ਆਸਣ 'ਤੇ ਵਿਰਾਜਮਾਨ ਹਾਂ, ਇਹ ਰੀਤ ਵੀ ਨਿਭਾਉਣੀ ਪੈਣੀ ਹੈ। ਹੋਰ ਕੋਈ ਰਾਹ ਨਹੀਂ। ਪਰ ਸਾਡੀ ਤਲਾਹ ਮੁਜਬ ਹੁਣ ਇਹ ਪਿੰਡ ਵਾਲੇ ਆਪ ਕੀ ਸ਼ੈ ਪਰ ਮਾਮਲਾ ਵੀ ਦੇਣੇ ਕੇ ਇਨਕਾਰੀ ਹੋ ਰਹੇ ਹੈ ਮਹਾਰਾਜ। ਆਪ ਨੂੰ ਸਭ ਪਤਾ ਹੈ ਕਾਰਵਾਈ ਕਾਨੂੰਨ ਦੀ ਰੂਹ ਨਾਲ ਬਗਾਵਤ ਮੰਨੀ ਜਾਂਦੀ ਹੈ। ਇਹ ਇਨਕਾਰ ਵਾਲੀ ਤਾਂ ਮੇਰੀ ਕਿਸੇ ਸ਼ੈ ਵਾਲੀ ਇਤਲਾਹ ਤੁਹਾਡੀ ਬਿਲਕੁਲ ਗਲਤ ਹੈ। ਜਦੋਂ ਦਰੱਖਤਾਂ ਉੱਤੇ ਵਿਲਕ ਨਹੀਂ ਰਹੀ, ਪਸ਼ੂਆਂ ਨੂੰ ਘਾਹ ਵੀ ਚਰਨ ਨੂੰ ਹੈ ਨਹੀਂ, ਹਾੜੀ ਦੇ 4 ਮਣ ਦਾਣਿਆਂ ਨੇ ਕਦੋਂ ਤੱਕ ਵਕਤ ਕਟਾਉਣਾ ਲੋਕਾਂ ਦਾ? ਜੋ ਕੁਝ ਸਰਦੇ ਵਰਦੇ ਘਰ ਹੈ, ਉਹਨਾਂ ਨੂੰ ਪਟਵਾਰੀਆਂ ਕਾਨੋ ਕੋ ਦੀਆਂ ਵੰਗਾਰਾਂ ਹੀ ਨਹੀਂ ਸਹਿਣ ਦੇਣੀਆਂ। ਕਿਸੇ ਕੋਲ ਦੇਣ ਨੂੰ ਹੈ ਹੀ ਕੀ? ਤੁਸੀਂ ਤਾਂ ਤੁਹਾਡੀ ਸਰਕਾਰ ਚਾਹੇ ਇਹਨਾਂ ਲੋਕਾਂ ਨੂੰ ਮਜਬੂਰੀ ਸਮਝੇ ਜਾਂ ਬਗਾਵਤ, ਇਹ ਤਾਂ ਤੁਹਾਡੀ ਮਰਜ਼ੀ ਹੈ। ਇਸ 'ਚ ਲੋਕਾਂ ਦਾ ਜਾਂ ਮੇਰਾ ਤਾਂ ਕੋਈ ਦੋਸ਼ ਨਹੀਂ। ਮੇਰਾ ਤਾਂ ਇਹੋ ਵਿਚਾਰ ਹੈ, ਅੱਗੇ ਜੋ ਤੁਸੀਂ ਚਾਹੋ ਇਹਦੇ ਅਰਥ ਕੱਢ ਸਕਦੇ ਹੋ। ਕੀ ਮੈਂ ਗਲਤ ਕਿਹਾ ਕੁਛ? ਖਾਨ ਨੂੰ ਲੱਗਿਆ ਸੰਤ ਉਹ ਇਨਕਲਾਬੀ ਬੋਲੀ ਬੋਲ ਰਹੇ ਆ ਜਿਹੜੀ ਉਹ ਪਾਰਟੀ 'ਚ ਹੁੰਦਿਆਂ ਬੋਲਦੇ ਸਨ। ਉਮਰ ਹੁਣ 40-50 ਦੇ ਵਿਚਾਲੇ ਸੀ, ਪਰ ਬੋਲ ਵਿੱਚ ਉਹੀ ਵਾਗਿਆਨਾ ਗੜਕਾ ਕਾਇਮ ਸੀ। ਇਹ ਸੋਚ ਕੇ ਖਾਨ ਮੁੱਛਾਂ ਨੂੰ ਉਂਗਲਾਂ ਨਾਲ ਪਲੂਸਦਾ ਵਿਅੰਗ ਨਾਲ ਮੁਸਕਰਾਇਆ। ਫਿਰ ਜਿਵੇਂ ਵਿਅੰਗ ਹੀ ਨਹੀਂ ਕਿਹਾ, ਫਿਰ ਹੁਣ ਸਾਨੇ ਕਿਹਾ, ਹੁਕਮ ਹੈ ਮਹਾਰਾਜ। ਹੁਕਮ ਤਾਂ ਤੁਸੀਂ ਕਰਨਾ, ਤੁਸੀਂ ਮੌਕੇ ਦੇ ਅਫਸਰ ਹੋ। ਮੈਂ ਤਾਂ ਜੋ ਦੱਸਣਾ ਸੀ ਦੱਸਤਾ। ਜੇ ਵਿਸ਼ਵਾਸ ਕਰਕੇ ਸੱਚ ਮੰਨੋ ਤਾਂ ਤੁਹਾਡੀ ਮਰਜ਼ੀ, ਨਾ ਮੰਨੋ ਤਾਂ ਆਪਣੀ ਕਾਰਵਾਈ ਕਰੋ। ਇਹ ਆਪਦਾ ਫਰਜ਼ ਵੀ ਹੈ ਅਤੇ ਮਜਬੂਰੀ ਵੀ। ਜਿਸ ਸੱਚਾਈ ਨੂੰ ਉੱਪਰਲੇ ਅਫਸਰਾਂ ਨੇ ਉਕਸਾਹਟ ਦਾ ਜੁਰਮ ਸਮਝ ਕੇ ਆਪ ਦੇ ਬਾਰੇ ਕੋਈ ਕਾਰਵਾਈ ਕਰਨ ਨੂੰ ਕਹਿ ਦਿਆ, ਫਿਰ ਤਾਂ ਮੇਰੀ ਮਜਬੂਰੀ ਆ ਮਹਾਰਾਜ। ਫਿਲਹਾਲ ਤਾਂ ਕੋਈ ਕਾਰਵਾਈ ਕਰਨ ਦੇ ਇਰਾਦੇ ਨਾਲ ਅਸੀਂ ਨਹੀਂ ਆਏ ਉਰੇ। ਵਾਹ, ਇਹ ਤੁਹਾਡੇ ਵਾਸਤੇ ਕੋਈ ਨਵੀਂ ਬਾਤ ਹੈ। ਫਿਰ ਆਪਣੇ ਅਫਸਰਾਂ ਦੇ ਹੁਕਮ ਮੁਜਬ ਆਪਦੀ ਕਾਰਵਾਈ ਕਰੋ। ਇਹ ਤੋਂ ਬਿਨਾਂ ਤੁਹਾਡੇ ਕੋਲੇ ਰਾਹ ਵੀ ਕੀ ਹੈ? ਤੁਸੀਂ ਸਰਕਾਰ ਦੇ ਅਦਨੇ ਮੁਲਜ਼ਮ ਹੋ। ਹੁਕਮ ਨਾ ਮੰਨੋਗੇ ਤਾਂ ਅਗਲੇ ਪੇਟੀ ਲਵਾ ਕੇ ਘਰ ਨੂੰ ਤੋੜ ਦੇਣਗੇ। ਤੁਹਾਡੀ ਥਾਂ ਕੋਈ ਹੋਰ ਸਰਦਾਰ ਸਾਹਿਬ ਜਾਂ ਬਾਬੂ ਜੀ ਆ ਕੇ ਹੁਕਮ ਦੀ ਤਮੀਲ ਕਰ ਲਓ। ਸਰਕਾਰ ਨੂੰ ਹਰ ਹਾਲਤ ਵਿੱਚ ਗੁਲਾਮਾਂ ਦੀ ਲੋੜ ਰਹਿੰਦੀ ਹੈ। ਇੱਕ ਭੱਜ ਗਿਆ, ਹੋਰ ਫੜ ਲਿਆ। ਇਹ ਸਿਲਸਿਲਾ ਤਾਂ ਜਾਰੀ ਰਹਿਣਾ ਖਾਨ ਸਾਹਿਬ। ਸਰਕਾਰ ਜਦੋਂ ਤੱਕ ਕਾਇਮ ਹੈ ਉਹਦੀ ਹਕੂਮਤ ਵੀ ਚੱਲਦੀ ਰਹਿਣੀ ਹੈ। ਕੀ ਮੈਂ ਕੁਛ ਗਲਤ ਕਿਹਾ? ਜਿੰਨੀ ਆਸਾਨੀ ਨਾਲ ਸੰਗਤਾਂ ਨੇ ਇਹ ਸਭ ਕੁਝ ਕਿਹਾ ਸੀ, ਖਾਨ ਨੂੰ ਉਸ ਤੋਂ ਕਈ ਗੁਣਾ ਵੱਧ ਤਕਲੀਫ ਹੋਈ ਸੀ। ਉਹਦੇ ਲਈ ਸੰਤਾਂ ਦੇ ਵਰਤੇ ਅਦਨੇ ਗੁਲਾਮ ਤੇ ਕੋਈ ਹੋਰ ਵਰਗੇ ਸ਼ਬਦ ਸੂਲਾਂ ਵਾਂਗ ਚੁੱਭ ਗਏ, ਪਰ ਅੰਦਰ ਪੀੜ ਜਰ ਗਈ। ਹੋਰ ਕੋਈ ਮਸਕੂਕ ਮੁਜਰਮ ਹੁੰਦਾ ਤਾਂ ਸ਼ਾਇਦ ਤਸੱਦਦ ਵੀ ਕਰਦੇ, ਜੋ ਪੁਲਿਸ ਲਈ ਮਾਮੂਲੀ ਕਾਰਵਾਈ ਸਮਝੀ ਜਾਂਦੀ ਸੀ। ਉਹ ਆਪਦੀ ਬਾਤ 100% ਸਹੀ ਹੋ ਸਕਦੀ ਹੈ ਮਹਾਰਾਜ, ਪਰ ਆਪ ਜੀ ਕੇ ਸਾਥ ਕੁਝ ਤਾਲੁਕ ਹੀ ਐਸੇ ਹੈ ਕਿ ਸ਼ਾਇਦ ਸਰਕਾਰੀ ਹੁਕਮ ਵੀ ਮੰਨਣ 'ਤੇ ਇਨਕਾਰ ਕਰ ਦੇਵਾਂ। ਮੈਂ ਖਾਨਦਾਨੀ ਮੋਮਨ ਹਾਂ, ਸਿਰਫ ਨੌਕਰੀ ਉੱਪਰ ਇਹ ਗੁਜ਼ਾਰਾ ਨਹੀਂ ਕਰ ਰਿਹਾ। ਮੈਂ ਇਹ ਤਾਂ ਚੰਗੀ ਤਰ੍ਹਾਂ ਜਾਣਦਾ ਕਿ ਤੁਸੀਂ ਨਮਾਜ਼ੀ ਮੋਮਨ ਹੋ ਅਤੇ ਖਾਨਦਾਨ ਬੰਨਿਓ ਵੀ ਸੱਜਦ ਹੋ। ਇਹ ਤਾਂ ਨਹੀਂ ਕਹਿ ਸਕਦਾ ਕਿ ਤੁਸੀਂ ਸੱਚੀ ਬਾਤ ਨਹੀਂ ਕਹਿ ਰਹੇ, ਪਰ ਇੰਨਾ ਜਾਣਦਾ ਹਾਂ ਕਿ ਖੁਦਾ ਦਾ ਹੁਕਮ ਤਾਂ ਕਿਸੇ ਵੇਲੇ ਟਲ ਸਕਦਾ। ਸਰਕਾਰ ਦਾ ਹੁਕਮ ਕੋਈ ਚਾਕਰ ਨਹੀਂ ਟਲ ਸਕਦਾ। ਜੇ ਉਹ ਟਾਲ ਸਕਣ ਜੋਗਾ ਹੁੰਦਾ ਤਾਂ ਫਿਰ ਐਸੀ ਗੁਲਾਮੀ ਕਰਨਾ ਕਿਉਂ ਕਬੂਲਦਾ?
ਤੁਸੀਂ ਲੱਖ ਖਾਨਦਾਨੀ ਰੋਕਣ ਹੋਵੋ, ਪਰ ਨੌਕਰੀ ਲਈ ਚ ਬਗਾਵਤ ਵਾਸਤੇ ਕੋਈ ਥਾਂ ਨਹੀਂ ਹੁੰਦੀ ਖਾਨ ਸਾਹਿਬ। ਜੇ ਕੋਈ ਉਸ ਰਾਹ ਪਾਏ ਤਾਂ ਹਸਰ ਫੇਰ। ਆਪ ਨੂੰ ਪਤਾ ਹੈ ਕੀ ਹੁੰਦਾ ਹੈ, ਆਪ ਸਿਆਣੇ ਹੋ। ਮੈਂ ਕੋਈ ਗਲਤ ਬਾਤ ਕਹਿ ਰਿਹਾ ਹਾਂ ਤਾਂ ਦੱਸੋ। ਨਹੀਂ ਮਹਾਰਾਜ, ਤੁਸੀਂ ਗਲਤ ਕੈਸੇ ਹੋ ਸਕਦੇ ਹੋ? ਖਾਨ ਸਾਹਿਬ ਦੀ ਆਵਾਜ਼ ਵਿੱਚ ਤਲਖੀ, ਮਜਬੂਰੀ ਤੇ ਵਿਅੰਗ ਸੀ। ਉਹ ਸਮਝ ਕੇ ਸੰਤ ਫਿਰ ਮੁਸਕਰਾ ਪਏ। ਖਾਨ ਸਾਹਿਬ ਦੀ ਤਲਖੀ ਦਾ ਵੱਡਾ ਕਾਰਨ ਇਹ ਸੀ ਕਿ ਇਤਲਾਹ ਮੁਜਬ ਅੱਜ ਕਿਸੇ ਵੇਲੇ ਮਸਕੂਕ ਬਾਗੀਆਂ ਨੇ ਸੰਤਾਂ ਕੋਲ ਆਉਣਾ ਸੀ, ਪਰ ਮਜਬੂਰੀ ਇਹ ਸੀ ਕਿ ਉਹ ਖਾਨਾ ਤਸੱਲੀ ਵੀ ਨਹੀਂ ਸੀ ਲੈ ਸਕਦੇ। ਸੰਤਾਂ ਨਾਲ ਪੁਰਾਣੇ ਸੰਬੰਧ ਹੀ ਜਿਹੇ ਸਨ ਕਿ ਉਹਨਾਂ ਉੱਤੇ ਸਿੱਧਾ ਸ਼ੱਕ ਕਰਨਾ ਕਾਫਰ ਲੱਗਦਾ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਸੰਤ ਕਿਸੇ ਵੀ ਡਰ ਜਾਂ ਦਬਾਅ ਕਰਕੇ ਝੂਠ ਨਹੀਂ ਬੋਲ ਸਕਦੇ। ਭਾਵੇਂ ਉਹਨਾਂ ਹਦਾਇਤ ਕੀਤੀ ਹੋਈ ਸੀ ਕਿ 3 ਘੋੜਸਵਾਰ ਸਿਪਾਹੀ ਤੇ 1 ਹਵਾਲਦਾਰ ਡੇਰੇ ਦੇ ਬਾਹਰ ਪੂਰੀ ਨਿਗਰਾਨੀ ਰੱਖਣ, ਪਰ ਕਿਸੇ ਨੂੰ ਅੰਦਰ ਆ ਕੇ ਤਲਾਸ਼ੀ ਲੈਣ ਲਈ ਉਹ ਨਹੀਂ ਸੀ ਕਹਿ ਸਕੇ। ਅਜਿਹੀ ਦੁਵਿਧਾ ਅਹਿਸਾਸ ਸੀ, ਪਰ ਸੰਤਾਂ ਦੀ ਸਾਖ ਹੀ ਇੰਨੀ ਸੀ ਕਿ ਦੁਵਿਧਾ ਤੋਂ ਛੁਟਕਾਰੇ ਦਾ ਕੋਈ ਰਾਹ ਵੀ ਨਹੀਂ ਸੀ ਦਿਸਦਾ। ਖਾਨ ਸਾਹਿਬ ਆਪਦੇ ਜਵਾਨਾਂ ਨੂੰ ਅੰਦਰ ਸੱਦੋ, ਨਾਲੇ ਕਾਨੂੰਨੀ ਕਾਰਵਾਈ ਕਰ ਲੈਣਗੇ, ਨਾਲੇ ਪਾਣੀ ਧਾਣੀ ਪੀ ਲੈਣਗੇ। ਸੰਤਾਂ ਨੇ ਪੱਖੀ ਜ਼ੋਰ-ਜ਼ੋਰ ਦੀ ਝੱਲਦਿਆਂ ਕਿਹਾ। ਫਿਰ ਕੋਈ ਜਵਾਬ ਉਡੀਕੇ ਬਿਨਾਂ ਪਿਛਲੇ ਪਾਸੇ ਚੇਲਿਆਂ ਨੂੰ ਆਵਾਜ਼ ਮਾਰੀ, ਮਿੱਠਿਆ ਭਾਈ ਠੰਡੇ ਪਾਣੀ ਦਾ ਡੋਲੂ ਤੇ 5-4 ਗਲਾਸ ਲਿਆਓ। 7 ਬਚਨ ਮਹਾਰਾਜ ਜੀ। ਮਿੱਠਾ ਦਾਸ ਦਾ ਹੋਕਰਾ ਸੁਣਿਆ ਤਾਂ ਸੰਤਾਂ ਨੇ ਖਾਨ ਨੂੰ ਫਿਰ ਹਦਾਇਤ ਕੀਤੀ ਕਿ ਉਹ ਆਪਣੇ ਮੁੰਡਿਆਂ ਨੂੰ ਅੰਦਰ ਬੁਲਾ ਲੈਣ। ਖਾਨ ਨੇ ਝਿਜਕਦਿਆਂ ਦੋਹਾਂ ਘੋੜਿਆਂ ਦੀਆਂ ਲਗਾਮਾਂ ਫੜੀ ਖੜੋਤੇ ਸਿਪਾਹੀ ਕੋਲ ਜਾ ਕੇ ਕਿਹਾ, ਅੱਲਾ ਬਖਸ਼, ਘੋੜੇ ਇੱਥੇ ਬਾਹਰ ਖੜਾ ਕੇ ਸਾਰਿਆਂ ਨੇ ਕਹੋ ਕਿ ਅੰਦਰ ਆ ਜਾਣ। ਫਲਿਆਲ ਤੂੰ ਘੋੜਿਆਂ ਕੀ ਨਿਗਰਾਨੀ ਰੱਖਣੀ ਹੈ? ਜੀ ਜਨਾਬ। ਅੱਲਾ ਬਖਸ਼। ਘੋੜਿਆਂ ਦੀਆਂ ਲਗਾਮਾਂ ਟਾਲੀ ਦੀ ਹੇਠਲੀ ਟਾਹਣੀ ਨਾਲ ਲੜਕਾ ਕੇ ਵਾਹੋ ਦਾਹੀ ਪਿਛਲੇ ਪਾਸੇ ਚਲਿਆ ਗਿਆ ਤੇ ਕੁਝ ਚਿਰ ਮਗਰੋਂ ਹਵਾਲਦਾਰ ਤੇ 2 ਸਿਪਾਹੀ ਅੰਦਰ ਆ ਗਏ। ਉਹਨਾਂ ਨੇ ਖਾਨ ਸਾਹਿਬ ਦੀ ਹਦਾਇਤ ਅਨੁਸਾਰ ਥੜੇ ਕੋਲ ਜਾ ਕੇ ਹੱਥ ਜੋੜਦਿਆਂ ਸਿਰ ਝੁਕਾਇਆ। ਮਹਾਰਾਜ ਸੰਤ ਜੀ ਕਿਹਾ ਤੇ ਸੰਤਾਂ ਨੇ ਜੀਤੇ ਰਹੋ ਕਹਿ ਕੇ ਅਸੀਸ ਦਿੱਤੀ। ਫਿਰ ਟੁਣਕਵੀਂ ਆਵਾਜ਼ 'ਚ ਜਿਵੇਂ ਹੁਕਮ ਦਿੱਤਾ, ਜਵਾਨੋ ਬੈਂਟਰੀ ਤੁਹਾਡੇ ਕੋਲੇ ਹੈ, ਮਗਰਲੇ ਪਾਸੇ ਲੰਗਰ ਦੀਆਂ ਕੋਠੜੀਆਂ ਬੰਨੀ ਚਲੇ ਜਾਓ। ਉੱਥੇ ਸਾਡੇ ਚੇਲੇ ਤੁਹਾਡੇ ਵਾਸਤੇ ਪਾਣੀ ਧਾਣੀ ਦਾ ਇੰਤਜ਼ਾਮ ਕਰੀ ਬੈਠੇ ਆ। ਸ਼ਾਬਾਸ਼, ਜਾਓ ਉੱਧਰ। ਉਹਨਾਂ ਨੂੰ ਖਾਨ ਸਾਹਿਬ ਨੇ ਪਹਿਲਾਂ ਹੀ ਸਭ ਸਮਝਾਇਆ ਹੋਇਆ ਸੀ ਕਿ ਇਸ ਕਰਕੇ ਉਹ ਰਫਲਾਂ ਸੰਭਾਲਦੇ ਚੁੱਪ-ਚਾਪ ਖੂਹੀ ਵੱਲ ਤੁਰ ਗਏ। ਸੰਤਾਂ ਨੇ ਫਿਰ ਆਵਾਜ਼ ਮਾਰੀ, ਸਾਦਾਨੰਦ ਭਾਈ, ਇਹਨਾਂ ਮੁੰਡਿਆਂ ਨੂੰ ਇੱਥੇ ਹੀ ਜਲ ਪਾਨ ਕਰਾ ਦਿਓ। 1 ਜਣਾ 2 ਗਲਾਸ ਇੱਧਰ ਵੀ ਫੜਾ ਜਾਓ ਸਾਡੇ ਵਾਸਤੇ। ਮਿੱਠਾ ਦਾ 7 ਵਚਨ ਕਹਿ ਕੇ ਉਸ ਵੇਲੇ ਆ ਗਏ। ਡੋਲੂ 'ਚ ਸ਼ੱਕਰ ਵਾਲੀ ਤੇ ਵਧੇਰੇ ਦੁੱਧ ਵਾਲੀ ਕੱਚੀ ਲੱਸੀ ਦਾ ਭਰਿਆ ਕੰਗਣੀ ਵਾਲਾ ਗਲਾਸ ਚੁੱਕ ਕੇ ਖਾਨ ਸਾਹਿਬ ਨੂੰ ਫੜਾ ਦਿੱਤਾ। ਖਾਨ ਸੰਤਾਂ ਦੀਆਂ ਅਜਿਹੀਆਂ ਰੀਝਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ, ਜਿਹੜੇ ਦੁਸ਼ਮਣ ਨੂੰ ਵੀ ਸਿਰੇ ਨਹੀਂ ਸੀ ਹੋਣ ਦਿੰਦੇ, ਕਿਸੇ ਵੀ ਭੈੜੀ ਤੋਂ ਭੈੜੀ ਤੇ ਖਤਰਨਾਕ ਹਾਲਤ ਵਿੱਚ ਵੀ ਨਹੀਂ ਸੀ ਘਬਰਾਉਂਦੇ। ਪਰ ਜੋ ਕੁਝ ਕਰਨਾ ਹੁੰਦਾ, ਚਾਹੇ ਕਿੰਨੀ ਵੀ ਵੱਡੀ ਤੇ ਖਤਰਨਾਕ ਕਾਰਵਾਈ ਹੋਵੇ, ਸਹਿਜ ਭਾਹੀ ਬਿਨਾਂ ਸਾਹ ਕੱਢੇ ਕਰ ਜਾਂਦੇ। ਆਪ ਕਿਸੇ ਕਾਰਵਾਈ 'ਚ ਇੰਜ ਸ਼ਾਮਲ ਨਹੀਂ ਸੀ ਹੁੰਦੇ ਕਿ ਮੁਜਰਮ ਸਾਬਤ ਹੋ ਸਕਣ। ਕਰਦੇ ਕਰਾਉਂਦੇ ਸਭ ਕੁਝ ਸੀ, ਪਰ ਇੰਨੀ ਸਫਾਈ ਨਾਲ ਕਿ ਕੋਈ ਉਹਨਾਂ ਦਾ ਕੁਝ ਨਹੀਂ ਸੀ ਵਿਗਾੜ ਸਕਦਾ। ਅੱਜ ਤੱਕ ਪਤਾ ਨਹੀਂ ਕਿੰਨੇ ਵਾਰੀ ਡੇਰੇ 'ਚ ਛਾਪੇ ਪਏ ਸਨ। ਉਸ ਤੋਂ ਪਹਿਲਾਂ ਜਦੋਂ ਪਰਜਾ ਮੰਡਲ ਦੇ ਮੋਹਰੀ ਨੇਤਾ ਸਨ ਤਾਂ ਸ਼ੱਕ ਸੁਭਾਅ ਵਿੱਚ ਦਰਜਨਾਂ ਮੁਕੱਦਮੇ ਵੀ ਚੱਲੇ, ਪਰ ਪੁਲਿਸ ਮਹਿਕਮੇ ਦੇ ਕਹਿੰਦੇ ਕਹਾਉਂਦੇ ਅਫਸਰ ਵੀ ਉਹਨਾਂ ਦੇ ਖਿਲਾਫ ਕੋਈ ਠੋਸ ਸਬੂਤ ਪੇਸ਼ ਨਹੀਂ ਸੀ ਕਰ ਸਕੇ, ਜਿਸ ਕਾਰਨ ਉਹਨਾਂ ਨੂੰ ਕੋਈ ਸਜ਼ਾ ਹੋ ਸਕਦੀ, ਭਾਵੇਂ ਹਿਰਾਸਤ ਵਿੱਚ ਅਨੇਕ ਵਾਰ ਲਾਏ ਗਏ ਸਨ। ਅੱਜ ਵੀ ਸਿਰਫ ਆਪਣੀ ਕਾਰਵਾਈ ਪਾਉਣ ਲਈ ਖਾਨ ਸਾਹਿਬ ਨੇ ਸਿਪਾਹੀਆਂ ਤੇ ਹਵਾਲਦਾਰ ਨੂੰ ਡੇਰੇ ਦੇ ਪਿਛਲੇ ਪਾਸੇ ਭੇਜਿਆ ਸੀ। ਉਂਝ ਉਹਨਾਂ ਨੂੰ ਪਤਾ ਸੀ ਕਿ ਕੋਈ ਵੀ ਸਬੂਤ ਹੱਥ ਨਹੀਂ ਸੀ ਲੱਗ ਸਕਦਾ। ਅੱਧੇ ਪੌਣੇ ਘੰਟੇ ਮਗਰੋਂ ਜਦੋਂ ਸਾਰੇ ਸਾਹਿਬ ਸਲਾਮ ਕਰਕੇ ਜਾਣ ਲੱਗੇ ਤਾਂ ਸੰਤ ਉਵੇਂ ਪੱਖੀ ਦੀ ਝੱਲ ਮਾਰਦੇ ਹੱਸ ਕੇ ਬੋਲੇ, ਜਦੋਂ ਵੀ ਆਓ ਖਾਨ ਸਾਹਿਬ, ਆਪਦਾ ਘਰ ਸਮਝ ਕੇ ਆਇਆ ਕਰੋ। ਤੁਹਾਡੇ ਵਾਸਤੇ ਚਾਰੇ ਦੁਆਰੇ ਖੁੱਲ੍ਹੇ ਹੈ। ਆਪ ਨੂੰ ਪਤਾ ਹੈ ਕਿ ਮੈਂ ਆਪਦਾ ਕਿੰਨਾ ਆਦਰ ਮਾਣ ਕਰਦਾ ਹਾਂ। ਤੁਸੀਂ ਤਾਂ ਸਾਡੇ ਮਹਿਮਾਨ ਹੋ। ਆਪ ਦਾ ਖਿਆਲ ਕਿਵੇਂ ਨਾ ਰੱਖੀਏ ਤਾਂ ਉਹ ਪਹਿਲਾਂ ਵਾਂਗ ਹੀ ਗੁੱਜਾ ਹੱਸ ਪਏ। ਮੈਨੂੰ ਪਤਾ ਮਹਾਰਾਜ, ਬਸ ਆਪਕਾ ਸਾਇਆ ਸਿਰ ਪਰ ਚਾਹੀਦਾ। ਬਹੁਤ ਸ਼ੁਕਰੀਆ ਆਪਕਾ। ਮੈਨੂੰ ਆਪ ਜੀ ਦੇ ਨਾਲ ਆਪਣੇ ਤਾਲੁਕ ਦਾ
ਫਕਰ ਵੀ ਹੈ ਮਾਰ, ਜੀਤੇ ਰਹੋ ਖੁਸ਼ ਰਹੋ, ਤਰੱਕੀਆਂ ਮਿਲਣ, ਵੱਡੀਆਂ ਜਾਬਾਂ ਹਾਸਲ ਹੋਣ, ਮਾਣ ਇੱਜ਼ਤ ਵਧੇ, ਦਰਗਾਹ 'ਚ ਡਾਂਕੇ ਵੱਜਣ। ਪੁਲਸੀਏ ਦੇ ਪਿੱਠ ਮੋੜਦਿਆਂ ਹੀ ਸੰਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਦੋਂ ਪੱਖੀ ਨਾਲ ਝੱਲ ਮਾਰ ਰਹੇ ਸਨ ਤੇ ਉਹਨਾਂ ਦੇ ਦੋਹੇ ਚੇਲੇ ਉਹਨਾਂ ਦੇ ਸਾਹਮਣੇ ਖੜੋਤੇ ਮੁੜ ਪੁਲਿਸ ਵਾਲਿਆਂ ਨੂੰ ਘੋੜਿਆਂ ਤੇ ਚੜ੍ਹਦੇ ਤੇ ਡੇਰੇ ਤੋਂ ਦੂਰ ਜਾਂਦੇ ਦੇਖ ਰਹੇ ਸੀ। ਚਾਰੇ ਪਾਸੇ ਅਜਿਹੀ ਸੁੰਨ ਮਸਾਨ ਪਸਰ ਰਹੀ ਸੀ ਕਿ ਸੰਤਾਂ ਦੀ ਧੀਮੀ ਭਰਮੀ ਆਵਾਜ਼ ਤੋਂ ਬਿਨਾਂ ਕਿਸੇ ਸੁੱਕੀ ਡਾਹਣੀ ਤੇ ਡਿੱਗਣ ਦਾ ਖੜਾਕ ਵੀ ਨਹੀਂ ਸੀ ਸੁਣਦਾ। ਡੇਰੇ ਦੇ ਦਰੱਖਤਾਂ ਦੀਆਂ ਕੁਝ ਸੰਘਣੀਆਂ ਅਤੇ ਬਿਰਲੀਆਂ ਡਾਹਣੀਆਂ ਤੇ ਮੋਟੇ ਡਾਹਣਿਆਂ ਵਿੱਚੋਂ ਹੀ ਦਿਸਦੇ ਭੂਸਲੇ ਆਸਮਾਨ ਉੱਤੇ ਵੀ ਡਰਾਉਣੀ ਚੁੱਪ ਧੂੜ ਵਾਂਗ ਹੀ ਛਾਈ ਲੱਗਦੀ ਸੀ। ਦੂਰੋਂ ਕਦੇ ਘੋੜਿਆਂ ਦੇ ਪੌੜਾਂ ਦੀ ਬਹੁਤ ਮੱਧਮ ਧਮਕਾਰ ਇਸ ਚੁੱਪ ਨੂੰ ਜ਼ਰੂਰ ਭੰਗ ਕਰ ਰਹੀ ਸੀ। ਸ਼ਾਇਦ ਹੁਣ ਪੁਲਿਸ ਵਾਲੇ ਪਿੰਡ ਦੀ ਫਿਰਨੀ ਉੱਤੇ ਢਿੱਲਮਾ ਕੇ ਗਵਾੜ ਵਾਲੇ ਪਾਸੇ ਰੇਉੜੂ ਵੱਲ ਜਾ ਰਹੇ ਸੀ। ਸਾਧਾਨੰਦ ਸੋਚ ਰਿਹਾ ਸੀ ਕਿ ਅੱਗੋਂ ਉਹ ਕਿੱਧਰ ਜਾਣਗੇ। ਉਤਸੁਕਤਾ ਕਾਰਨ ਸੰਤਾਂ ਤੋਂ ਪੁੱਛਣਾ ਵੀ ਚਾਹੁੰਦਾ ਸੀ, ਪਰ ਉਹਨਾਂ ਦੇ ਜਾਪ ਵਿੱਚ ਭੰਗਣਾ ਪਾਉਣ ਦਾ ਹੌਸਲਾ ਨਹੀਂ ਸੀ ਕਰ ਸਕਦਾ। ਇਸੇ ਕਾਰਨ ਸੰਤਾਂ ਦੀ ਮੱਧਮ ਆਵਾਜ਼ ਤੋਂ ਬਿਨਾਂ ਚਾਰੇ ਪਾਸੇ ਸਹਿਮ ਭਰੀ ਚੁੱਪ ਵਧੇਰੇ ਪਰਸਦੀ ਜਾ ਰਹੀ ਸੀ। ਧੂੜ ਹੋਰ ਸੰਘਣੀ ਹੋ ਕੇ ਸਾਰੇ ਆਸਮਾਨ ਵਿੱਚ ਫੈਲਣ ਲੱਗ ਪਈ ਸੀ ਤੇ ਹਨੇਰੀ ਰਾਤ ਦੇ ਤਾਰੇ ਵੀ ਧੁਆਂਖੇ ਗਏ ਲੱਗਦੇ ਸਨ। ਧੰਨਵਾਦ।